ਹੈਲੋ ਬੱਚੋਂ, ਅੱਜ ਆਪਾਂ ਬੇਟਾ +1 ਵਾਲਾ ਆਰਗੈਨਿਕ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂਗੇ। ਉਸ ਟੌਪਿਕ ਦਾ ਨੇਮ ਹੈ ਰੈਜ਼ੋਨੈਂਸ। ਬੇਟਾ ਇਹ ਟੌਪਿਕ ਸਿਰਫ +1 ਦੇ ਹੀ ਆਰਗੈਨਿਕ ਕੈਮਿਸਟਰੀ 'ਚ ਯੂਜ਼ ਨਹੀਂ ਹੁੰਦਾ, +2 ਦੀ ਆਰਗੈਨਿਕ ਕੈਮਿਸਟਰੀ ਦੇ ਵਿੱਚ ਵੀ ਇਸ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੈ। ਜਦੋਂ ਤੁਸੀਂ +2 ਦੀ ਆਰਗੈਨਿਕ ਕੈਮਿਸਟਰੀ ਦੇ ਕਿਸੇ ਵੀ ਚੈਪਟਰ ਦੇ ਵਿੱਚ ਕੋਈ ਵੀ ਰਿਐਕਸ਼ਨ ਕਰੋਗੇ 60 to 70% ਕਨਸੈਪਟ ਰੈਜ਼ੋਨੈਂਸ ਵਾਲਾ ਯੂਜ਼ ਹੋਏਗਾ। ਤਾਂ ਧਿਆਨ ਨਾਲ ਸਮਝਿਓ ਰੈਜ਼ੋਨੈਂਸ ਹੁੰਦੀ ਕੀ ਹੈ। ਕੁਝ ਐਗਜ਼ਾਮਪਲਸ ਦੀ ਹੈਲਪ ਨਾਲ ਬੇਟਾ ਮੈਂ ਤੁਹਾਨੂੰ ਬਹੁਤ ਹੀ ਇੰਟਰਸਟਿੰਗ ਫਾਰਮ 'ਚ ਸਮਝਾਉਂਗਾ। ਰੈਜ਼ੋਨੈਂਸ ਮੀਨਸ delocalization of pi bonded electrons. Delocalization of pi bonded electrons. ਤੁਸੀਂ ਸੁਣਿਆ ਹੋਵੇਗਾ ਕਈ ਕੋਵਲੈਂਟ ਬੌਂਡਸ ਚੋਂ ਇੱਕ ਪਾਈ ਬੌਂਡ ਕੋਵਲੈਂਟ ਬੌਂਡ ਹੁੰਦਾ ਹੈ, ਜਿਹੜਾ ਕਿਸ ਤਰ੍ਹਾਂ ਬਣਦਾ ਹੈ? ਸਾਈਡ ਵਾਈਜ਼ ਓਵਰਲੈਪਿੰਗ ਦੇ ਨਾਲ। ਜਦੋਂ ਉਹ ਪਾਈ ਬੌਂਡ ਆਪਣੀ ਪੋਜੀਸ਼ਨ ਚੇਂਜ ਕਰੇ ਤਾਂ ਤੁਸੀਂ ਉਸ ਕਨਸੈਪਟ ਨੂੰ ਕੀ ਕਹਿ ਸਕਦੇ ਹੋ? ਰੈਜ਼ੋਨੈਂਸ। ਰੈਜ਼ੋਨੈਂਸ ਦੇ ਅੰਦਰ ਐਟਮਸ ਦੀ ਪੋਜੀਸ਼ਨ ਨਹੀਂ ਚੇਂਜ ਹੁੰਦੀ, ਲੇਕਿਨ ਪਾਈ ਬੌਂਡਡ ਇਲੈਕਟ੍ਰੋਨਸ ਦੀ ਪੋਜੀਸ਼ਨ ਚੇਂਜ ਹੁੰਦੀ ਹੈ ਕਿਸੇ ਦੀ ਹੈਲਪ ਨਾਲ। ਤੇ ਕਿਹਦੀ ਹੈਲਪ ਨਾਲ, ਇਹ ਕੁਝ ਟਾਈਮ ਤੋਂ ਬਾਅਦ ਦੱਸੂਗਾ। ਹੁਣ ਇਸ ਤੋਂ ਪਹਿਲਾਂ ਦੇਖਿਓ ਬੈਂਜ਼ੀਨ ਬਾਰੇ ਸੁਣਿਆ ਹੋਵੇਗਾ। C6H6 6 ਕਾਰਬਨਸ ਬੱਚੋਂ ਤੇ 6 ਹੀ ਹਾਈਡਰੋਜਨ, ਹਰ ਕਾਰਬਨ ਦੇ ਨਾਲ ਇੱਕ ਹਾਈਡਰੋਜਨ। ਹੁਣ ਇਹਦੇ ਵਿੱਚ ਹਰ ਕਾਰਬਨ ਦੀ ਹਾਈਬ੍ਰਿਡਾਈਜੇਸ਼ਨ ਕੀ ਹੈ? sp2 ਹੈ, ਕਿਉਂਕਿ ਹਰ ਕਾਰਬਨ ਕੋਲ 3 ਕੀ ਨੇ? ਸਿਗਮਾ ਬੌਂਡਸ। ਤੇ ਜਿਹੜਾ ਇਹ ਚੌਥਾ ਬੌਂਡ ਬਣਿਆ ਹੋਇਆ ਹੈ 2 ਕਾਰਬਨਸ ਦੇ ਵਿੱਚ ਵਿਚਾਲੇ, ਇਸੇ ਬੌਂਡ ਨੂੰ ਹੀ ਆਪਾਂ ਕੀ ਕਹਿੰਦੇ ਆ? ਪਾਈ ਬੌਂਡ। ਤੇ ਜਿਹੜਾ ਕਿਸ ਤਰ੍ਹਾਂ ਬਣਦਾ ਬੱਚੋਂ? ਸਾਈਡ ਵਾਈਜ਼ ਓਵਰਲੈਪਿੰਗ। ਕਿਸ ਦੀ ਸਾਈਡ ਵਾਈਜ਼ ਓਵਰਲੈਪਿੰਗ? ਉਹਨਾਂ ਔਰਬਿਟਲਸ ਦੀ ਜਿਨ੍ਹਾਂ ਔਰਬਿਟਲਸ ਨੂੰ ਆਪਾਂ ਕੀ ਕਹਿ ਦਿੰਨੇ ਆ? ਅਨਹਾਈਬ੍ਰਿਡਾਈਜ਼ਡ ਔਰਬਿਟਲਸ। ਅਨਹਾਈਬ੍ਰਿਡਾਈਜ਼ਡ ਔਰਬਿਟਲ। ਤਾਂ ਹੁਣ ਇਹ ਦੋਨੋਂ ਜਿਹੜੇ ਔਰਬਿਟਲ ਤੁਹਾਨੂੰ ਨਜ਼ਰ ਆ ਰਹੇ ਨੇ, ਦੈਟ ਇਜ਼ p ਔਰਬਿਟਲ, ਜਿਨ੍ਹਾਂ ਨੂੰ ਆਪਾਂ ਅਨਹਾਈਬ੍ਰਿਡਾਈਜ਼ਡ ਕਹਿ ਰਹੇ ਆ, ਜਿਹੜੇ ਇੰਟਰਮਿਕਸਿੰਗ 'ਚ ਪਾਰਟਿਸਿਪੇਟ ਨਹੀਂ ਕਰਦੇ। ਹੁਣ ਇਹ ਦੋਨੋਂ ਇੱਕ ਦੂਜੇ ਦੇ ਪੈਰਲਲ ਨੇ। ਤਾਂ ਜਦੋਂ ਔਰਬਿਟਲ ਇੱਕ ਦੂਜੇ ਦੇ ਪੈਰਲਲ ਹੋਣ ਤੇ ਪਲੇਨ ਦੇ ਪਰਪੈਂਡੀਕੂਲਰ ਹੋਣ, ਉਸੇ ਵਕਤ ਹੀ ਉਹਨਾਂ ਦੇ ਵਿੱਚ ਕੀ ਹੁੰਦੀ ਹੈ? ਸਾਈਡ ਵਾਈਜ਼ ਓਵਰਲੈਪਿੰਗ। ਤੇ ਉਸੇ ਦੇ ਅੰਦਰ ਹੀ ਆਪਾਂ ਨੂੰ ਬੇਟਾ ਕੀ ਬਣਦਾ ਹੋਇਆ ਨਜ਼ਰ ਆਉਂਦਾ ਹੈ? ਪਾਈ ਬੌਂਡ। ਠੀਕ ਹੈ, ਤਾਂ ਆਪਾਂ ਰੈਜ਼ੋਨੈਂਸ ਦੇ ਵਿੱਚ ਕੀ ਪੜ੍ਹਦੇ ਆ? ਇੰਨਾ ਹੀ ਪਾਈ ਬੌਂਡਡ ਇਲੈਕਟ੍ਰੋਨਸ ਦੀ ਡੀਲੋਕਲਾਈਜੇਸ਼ਨ। ਨੈਕਸਟ ਪੇਜ ਤੇ ਜਾਂਦੇ ਹਾਂ। ਨੈਕਸਟ ਪੇਜ ਦੇ ਵਿੱਚ ਦੇਖਿਓ ਬੇਟਾ ਆਪਾਂ ਕੀ ਸਟੱਡੀ ਕਰ ਰਹੇ ਹਾਂ। ਦੇਖੋ ਅਗੇਨ ਬੈਂਜ਼ੀਨ ਦਾ ਬੇਟਾ ਸਟਰਕਚਰ। ਦੇਖੋ ਬੇਟਾ, ਫਸਟ ਸਟਰਕਚਰ ਵੀ ਬੈਂਜ਼ੀਨ ਦਾ ਹੀ ਹੈ, ਸੈਕਿੰਡ ਵਾਲਾ ਵੀ ਬੈਂਜ਼ੀਨ ਦਾ ਬੱਚੋ, ਤੇ ਥਰਡ ਸਟਰਕਚਰ ਵੀ ਬੈਂਜ਼ੀਨ ਦਾ। ਜਿਹੜਾ ਫਸਟ ਤੇ ਸੈਕਿੰਡ ਹੈ, ਤੁਸੀਂ ਇਹਨਾਂ ਦੋਨਾਂ ਸਟਰਕਚਰਸ ਨੂੰ ਕੀ ਕਹਿ ਸਕਦੇ ਹੋ? ਰੈਜ਼ੋਨੇਟਿੰਗ ਸਟਰਕਚਰ। ਲੇਕਿਨ ਜਿਹੜਾ ਬੱਚੋ ਥਰਡ ਸਟਰਕਚਰ ਹੈ, ਇਸ ਸਟਰਕਚਰ ਨੂੰ ਕਹਾਂਗੇ ਆਪਾਂ ਰੈਜ਼ੋਨੇਟਿੰਗ
ਹਾਈਬ੍ਰਿਡ ਸਟਰਕਚਰ। ਰੈਜ਼ੋਨੇਟਿੰਗ ਹਾਈਬ੍ਰਿਡ ਸਟਰਕਚਰ ਦਾ ਮੀਨਿੰਗ ਕੀ ਹੈ? ਜਿਹੜੇ ਸਟਰਕਚਰ ਕੰਪਾਊਂਡ ਦੀ ਹਰ ਇੱਕ ਪ੍ਰੋਪਰਟੀ ਨੂੰ ਐਕਸਪਲੇਨ ਕਰਦੇ ਨੇ, ਉਸੇ ਸਟਰਕਚਰ ਨੂੰ ਆਪਾਂ ਕੀ ਕਹਿੰਦੇ ਆ? ਰੈਜ਼ੋਨੇਟਿੰਗ ਹਾਈਬ੍ਰਿਡ ਸਟਰਕਚਰ। ਮੀਨਸ ਜਿਹੜਾ ਫਰਸਟ ਤੇ ਸੈਕੰਡ ਸਟਰਕਚਰ ਹੈ, ਇਹ ਤਾਂ ਬੈਂਜ਼ੀਨ ਦੇ ਹਾਈਪੋਥੈਟੀਕਲ ਸਟਰਕਚਰ ਨੇ, ਇਹ ਬੈਂਜ਼ੀਨ ਦਾ ਐਕਚੁਅਲ ਸਟਰਕਚਰ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਦੇਖੋ, ਮੈਂ ਉਰੇ ਨੰਬਰਿੰਗ ਕਰ ਰਿਹਾ 1 2 3 4 5 6, ਉਰੇ ਵੀ ਨੰਬਰਿੰਗ ਫਿਕਸ ਹੈ 1 2 3 4 5 ਐਂਡ 6। ਹੁਣ ਚੈੱਕ ਕਰੋ, ਪਹਿਲੇ ਸਟਰਕਚਰ ਦੇ ਵਿੱਚ ਡਬਲ ਬੌਂਡ ਕਿੱਥੇ ਕਿੱਥੇ ਹੈ? 1 2 3 4 ਐਂਡ 5 6। ਲੇਕਿਨ ਸੈਕੰਡ ਸਟਰਕਚਰ ਦੇ ਵਿੱਚ ਜਿਹੜਾ ਡਬਲ ਬੌਂਡ ਤੁਹਾਨੂੰ 1 ਤੇ 2 ਦੇ ਵਿੱਚ ਵਿਚਾਲੇ ਨਜ਼ਰ ਆ ਰਿਹਾ ਸੀ, ਉਹ ਹੁਣ ਬੱਚੋਂ 2 3 ਚ ਹੈ। 3 4 ਵਾਲਾ ਕਿੱਥੇ ਚਲਾ ਗਿਆ? 4 5 ਤੇ 5 6 ਵਾਲਾ ਕਿੱਥੇ ਪਹੁੰਚ ਗਿਆ? 6 1। ਮੀ ਦੋਨਾਂ ਕੇਸਿਸ ਦੇ ਵਿੱਚ ਅਗਰ ਤੁਸੀਂ ਇਹ ਚੀਜ਼ ਨੂੰ ਕੋਰਿਲੇਟ ਕਰਕੇ ਦੇਖੋ ਤਾਂ ਉੱਥੇ ਹੋ ਕੀ ਰਿਹਾ ਹੈ? ਉੱਥੇ ਬੱਚੋਂ ਕੀ ਹੋ ਰਹੀ ਹੈ? ਰੈਜ਼ੋਨੈਂਸ। ਮੀਨਸ ਕੰਟੀਨਿਊਸਲੀ ਪਾਈ ਬੌਂਡ ਆਪਣੀ ਪੋਜੀਸ਼ਨ ਚੇਂਜ ਕਰੀ ਜਾ ਰਿਹਾ ਹੈ। ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਫਸਟ ਸਟਰਕਚਰ ਐਕਚੁਅਲ ਸਟਰਕਚਰ ਹੈ? ਜੇ ਤੁਸੀਂ ਫਸਟ ਨੂੰ ਐਕਚੁਅਲ ਕਹੋਗੇ ਤਾਂ ਸੈਕਿੰਡ ਨਾਰਾਜ਼ ਹੋ ਜਾਏਗਾ। ਕਿਵੇਂ? ਸੈਕਿੰਡ ਦੇ ਵਿੱਚ ਕੀ ਕਿਹਾ ਜਾਏਗਾ ਕਿ ਤੁਸੀਂ ਕਾਰਬਨ ਕਾਰਬਨ ਜਿਹੜੀ ਪਹਿਲੀ ਤੇ ਦੂਜੀ ਕਾਰਬਨ ਹੈ, ਤੁਸੀਂ ਉਹਦੇ ਵਿੱਚ ਕਿਵੇਂ ਡਬਲ ਬੌਂਡ ਰੱਖ ਸਕਦੇ ਹੋ? ਡਬਲ ਬੌਂਡ ਤਾਂ ਸਾਡੇ ਵਿੱਚ ਚੱਲ ਵੀ ਆ ਸਕਦਾ, ਦੈਟ ਇਜ਼ ਸੈਕਿੰਡ ਐਂਡ ਥਰਡ। ਜੇ ਆਪਾਂ ਸੈਕਿੰਡ ਨੂੰ ਐਕਚੁਅਲ ਮੰਨੀਏ ਤਾਂ ਪਹਿਲਾ ਸਟਰਕਚਰ ਕਹੇਗਾ ਇਹ ਤਾਂ ਬਿਲਕੁਲ ਗਲਤ ਹੈ, ਸਾਡੇ ਵਿੱਚ ਵੀ ਡਬਲ ਬੌਂਡ ਆ ਸਕਦਾ 1 2 ਦੇ ਵਿੱਚ, ਤਾਂ ਲੜਾਈ ਸਟਾਰਟ ਹੋ ਗਈ। ਤਾਂ ਫਿਰ ਆਪਾਂ ਇੱਕ ਇਹੋ ਜਿਹਾ ਸਟਰਕਚਰ ਬਣਾਉਂਦੇ ਆ ਜਿਹੜਾ ਇਹਨਾਂ ਸਟਰਕਚਰਸ ਦੇ ਵਿੱਚ ਵਿਚਾਲੇ ਲਾਈਕ ਕਰੇ, ਜਿਹੜਾ ਐਕਚੁਅਲ ਸਟਰਕਚਰ ਹੋਵੇ, that is called resonating hybrid structure। ਤਾਂ ਰੈਜ਼ੋਨੈਂਸ ਫਿਨੋਮੀਨਾ ਹੁਣ ਤੁਹਾਨੂੰ ਕੁਝ ਕਲੀਅਰ ਹੋ ਗਿਆ, ਜਿਹਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਕਿ ਪਾਈ ਬੌਂਡ ਆਪਣੀ ਪੋਜੀਸ਼ਨ ਕੀ ਕਰ ਰਿਹਾ? ਚੇਂਜ। ਹੁਣ ਪਾਈ ਬੌਂਡ ਦੀ ਪੋਜੀਸ਼ਨ ਕਿਸ ਤਰ੍ਹਾਂ ਚੇਂਜ ਹੋ ਸਕਦੀ ਹੈ ਇਹ ਦੱਸੋ ਹੁਣ ਮੈਂ। ਦੇਖੋ ਬੇਟਾ, ਹੁਣ ਮੈਂ ਇਹਨਾਂ ਦਾ ਔਰਬਿਟਲ ਸਟਰਕਚਰ ਬਣਾ ਰਿਹਾ। ਤੁਸੀਂ ਪਿਛਲੀ ਕਾਰਬਨਸ ਦੇ ਵਿੱਚ ਦੇਖਿਆ ਹੈ, ਹਰ ਕਾਰਬਨ ਦੇ ਨਾਲ ਇੱਕ ਇੱਕ ਪਾਈ ਬੌਂਡ ਨਜ਼ਰ ਆ ਰਿਹਾ ਹੈ। ਮੀਨਸ ਹਰ ਕਾਰਬਨ ਕੀ ਹੈ? sp2। ਤੇ ਜਦੋਂ ਕਾਰਬਨ ਦੀ ਹਾਈਬ੍ਰਿਡੇਸ਼ਨ sp2 ਹੋਵੇ ਤਾਂ ਹਰ ਕਾਰਬਨ ਦੇ ਕੋਲ ਇੱਕ ਇੱਕ ਕੀ ਹੁੰਦਾ ਬੱਚੋਂ? ਅਨਹਾਈਬ੍ਰਿਡਾਈਜ਼ਡ p ਔਰਬਿਟਲ। ਇਸੇ ਤਰ੍ਹਾਂ ਇੱਕ ਹੋਰ ਬਣਾਉਂਦੇ ਆ ਬੇਟਾ, ਠੀਕ ਹੈ। ਆਪਾਂ ਨੰਬਰਿੰਗ ਕਰ ਦਿੰਦੇ ਆ 1 2 3 4 5 6, 1 2 3 4 5 ਐਂਡ 6। ਬੱਚੋਂ ਜਿਹੜੇ ਤੁਹਾਡੇ ਸਾਹਮਣੇ ਇਹ ਸਾਰੇ ਦੇ ਸਾਰੇ ਸਟਰਕਚਰਸ ਨਜ਼ਰ ਆ ਰਹੇ ਨੇ, ਦੋਨੋਂ ਇਹਦੇ ਵਿੱਚ ਹਰ ਇੱਕ ਔਰਬਿਟਲ ਬਾਕੀ 6 ਦੇ 6 5 ਦੇ 5 ਔਰਬਿਟਲਸ ਦੇ ਨਾਲ ਸੇਮ ਪਲੇਨ 'ਚ ਹੈ। ਮਤਲਬ ਤੁਸੀਂ ਮੰਨ ਕੇ ਚੱਲੋ ਕਿ 6 ਕਾਰਬਨਸ ਨੇ, ਉਹ ਬੈਠੇ ਨੇ ਫਲੋਰ ਤੇ ਹਰ ਕਾਰਬਨ ਕੋਲ ਇੱਕ ਇੱਕ ਪੈਨ ਹੈ ਇਸ ਤਰ੍ਹਾਂ। ਤਾਂ 6 ਦੇ 6 ਪੈਨ ਪਲੇਨ ਦੇ ਪਰਪੈਂਡੀਕੂਲਰ ਨੇ, ਲੇਕਿਨ ਇੱਕ ਦੂਜੇ ਦੇ ਪੈਰਲਲ ਨੇ। ਇਸ ਤਰ੍ਹਾਂ ਤੁਸੀਂ ਕੰਸੀਡਰ ਕਰਨਾ ਹੈ। ਤਾਂ ਇਹਦਾ ਮਤਲਬ ਕੀ ਹੋਇਆ? ਜਿਹੜੀ ਫਸਟ ਕਾਰਬਨ ਦਾ ਔਰਬਿਟਲ ਹੈ ਉਹ 6ਵੇਂ ਕਾਰਬਨ ਦੀ ਔਰਬਿਟਲ ਨਾਲ ਕੀ ਸ਼ੋ ਕਰ ਸਕਦਾ ਹੈ? ਸਾਈਡ ਵਾਈਜ਼ ਓਵਰਲੈਪਿੰਗ। ਜੇ ਇਹ ਫਸਟ ਕਾਰਬਨ ਨਾਲ ਵਾਲੇ 6 ਕਾਰਬਨ ਦੇ ਔਰਬਿਟਲ ਨਾਲ ਸਾਈਡ ਵਾਈਜ਼ ਓਵਰਲੈਪਿੰਗ ਸ਼ੋ ਕਰ ਸਕਦਾ ਹੈ, ਤਾਂ ਉਹ ਸੈਕਿੰਡ ਨਾਲ ਵੀ ਸ਼ੋ ਕਰ ਸਕਦਾ ਹੈ ਨਾ, ਕਿਉਂਕਿ ਉਹਦੀ ਦੋਨਾਂ ਸਾਈਡਸ ਤੇ ਜਿਹੜਾ ਔਰਬਿਟਲ ਪਿਆ ਹੈ ਉਹ ਉਸ ਦੇ ਨਾਲ ਸੇਮ ਪਲੇਨ 'ਚ ਹੈ। ਤਾਂ ਇੱਥੇ ਵੀ ਸਾਈਡ ਵਾਈਜ਼ ਓਵਰਲੈਪਿੰਗ ਹੋ ਸਕਦੀ ਹੈ, ਇੱਧਰ ਵੀ ਸਾਈਡ ਵਾਈਜ਼ ਓਵਰਲੈਪਿੰਗ। ਜੇ ਉਹਦੇ ਫਸਟ ਕਾਰਬਨ 6 ਕਾਰਬਨ ਨਾਲ ਸਾਈਡ ਵਾਈਜ਼ ਓਵਰਲੈਪਿੰਗ ਕਰ ਰਿਹਾ ਹੈ ਤਾਂ ਸੈਕਿੰਡ ਫਿਰ ਕਿਹਦੇ ਨਾਲ ਕਰੇਗਾ ਬੱਚੋ? ਥਰਡ ਦੇ ਨਾਲ। ਫੋਰਥ ਕਿਹਦੇ ਨਾਲ ਕਰੇਗਾ? ਫਿਫਥ ਦੇ ਨਾਲ। ਤੇ ਜਦੋਂ ਸਾਈਡ ਵਾਈਜ਼ ਓਵਰਲੈਪਿੰਗ ਹੋਏਗੀ ਉਦੋਂ ਇਹਨਾਂ ਦੇ ਵਿੱਚੋਂ ਚੱਲੇ ਕੀ ਬਣ ਜਾਏਗਾ ਫਿਰ? ਡਬਲ ਬੌਂਡ, ਪਾਈ ਬੌਂਡ।
ਤਾਂ ਉਰੇ ਪਾਈ ਬੌਂਡ ਆ ਗਿਆ, ਇੱਥੇ ਆ ਗਿਆ ਬੱਚੋ, ਇੱਥੇ ਆ ਗਿਆ। ਇਸ ਕੇਸ 'ਚ ਕੀ ਹੋ ਜਾਏਗਾ, ਜੇ ਫਸਟ ਸੈਕਿੰਡ ਨਾਲ ਸਾਈਡ ਵਾਈਜ਼ ਓਵਰਲੈਪਿੰਗ ਕਰ ਰਿਹਾ ਹੈ ਤਾਂ ਥਰਡ ਫੋਰਥ ਨਾਲ ਕਰੇਗਾ ਤੇ ਫਿਫਥ ਸਿਕਸਥ ਨਾਲ। ਤਾਂ ਹੁਣ ਡਬਲ ਬੌਂਡ ਦੇਖੋ ਕਿੱਥੇ ਬਣ ਰਹੇ ਨੇ, ਫਸਟ ਤੇ ਸੈਕਿੰਡ ਦੇ ਵਿੱਚ ਵਿਚਾਲੇ, ਥਰਡ ਐਂਡ ਫੋਰਥ, ਫਿਫਥ ਐਂਡ ਸਿਕਸਥ। ਬਸ ਇਹੀ ਚੀਜ਼ ਹੈ। ਚੈੱਕ ਕਰੋ ਡਬਲ ਬੌਂਡ ਦੀ ਪੋਜੀਸ਼ਨ चेंज होने लगी, 1 2 उरे बेटा 2 3 3 4, इत्थे 4 5, इत्थे 5 6, ते इत्थे कित्थे चला गया 6 1। ਤਾਂ ਇਸੇ ਨੂੰ ਹੀ ਆਪਾਂ ਕੀ ਕਹਿ ਰਹੇ ਹਾਂ, ਰੈਜ਼ੋਨੈਂਸ। ਤਾਂ ਉਰੇ ਪਾਈ ਬੌਂਡ ਦੀ ਪੋਜੀਸ਼ਨ ਚੇਂਜ ਹੋ ਰਹੀ ਹੈ, ਡੀਲੋਕਲਾਈਜ਼ ਕਰ ਰਿਹਾ ਹੈ, ਆਪਣੀ ਪੋਜੀਸ਼ਨ ਬਾਰ-ਬਾਰ ਚੇਂਜ ਕਰ ਰਿਹਾ ਹੈ, ਵਿਚ ਮੀਨਸ ਰੈਜ਼ੋਨੈਂਸ ਫਿਨੋਮੀਨਾ। ਤਾਂ ਹੁਣ ਇਹ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜੇ-ਕਿਹੜੇ ਕੰਪਾਊਂਡਸ ਦੇ ਅੰਦਰ ਇਹ ਕਨਸੈਪਟ ਦੇਖਣ ਨੂੰ ਮਿਲ ਸਕਦਾ ਹੈ। ਹੁਣ ਇੰਨਾ ਟਾਈਮ ਤਾਂ ਆਪਣੇ ਪਾਸ ਹੋਏਗਾ ਨਹੀਂ ਕਿ ਆਪਾਂ ਹਰੇਕ ਦੇ ਸਟਰਕਚਰਸ ਬਣਾ ਕੇ ਦੇਖੀਏ ਕਿ ਉਹ 'ਚ ਰੈਜ਼ੋਨੈਂਸ ਹੋ ਰਹੀ ਹੈ ਜਾਂ ਨਹੀਂ। ਤਾਂ ਉਹਦੇ ਲਈ ਤੁਸੀਂ ਬੱਚੋ ਕੀ ਚੈੱਕ ਕਰਨਾ ਹੈ, ਮੈਂ ਸਟਾਰ ਪਾ ਰਿਹਾ, ਧਿਆਨ ਨਾਲ ਦੇਖਿਓ। ਤਾਂ ਜਦੋਂ ਵੀ ਤੁਸੀਂ ਬੱਚੋ ਰੈਜ਼ੋਨੈਂਸ ਚੈੱਕ ਕਰਨੀ ਹੈ ਤਾਂ ਉਹਦੇ ਲਈ ਤੁਸੀਂ ਚੈੱਕ ਕਰਿਆ ਕਰੋ ਕੌਨਜੂਗੇਟਡ ਸਿਸਟਮ। ਕੌਨਜੂਗੇਟਡ ਸਿਸਟਮ ਕੌਨਜੂਗੇਟਡ ਸਿਸਟਮ ਦਾ ਮਤਲਬ ਤੁਸੀਂ ਇਹ ਮੰਨ ਕੇ ਚੱਲੋ ਕਿ ਪਾਈ ਬੌਂਡ ਦੀ ਪੋਜੀਸ਼ਨ ਚੇਂਜ ਕਰਨ 'ਚ ਕੌਣ ਹੈਲਪ ਕਰ ਰਿਹਾ ਹੈ, ਬਸ ਉਹ ਚੀਜ਼ ਤੁਸੀਂ ਪਕੜਨੀ ਹੈ। ਤਾਂ ਕਈ ਤਰ੍ਹਾਂ ਦੇ ਕੌਨਜੂਗੇਟਡ ਸਿਸਟਮ ਹੁੰਦੇ ਆ ਜਿਹੜੇ ਮੈਂ ਉਰੇ ਲਿਖਣ ਚਾਹ ਰਿਹਾ। ਫਸਟ ਵਨ, ਜੇ ਤੁਹਾਨੂੰ ਕਿਸੇ ਕੰਪਾਊਂਡ ਦੇ ਅੰਦਰ ਡਬਲ ਬੌਂਡ, ਇਹ ਤਾਂ ਨਜ਼ਰ ਆਏਗਾ ਹੀ ਆਏਗਾ, ਫਿਰ ਉਸ ਤੋਂ ਬਾਅਦ ਸਿੰਗਲ ਬੌਂਡ, ਫਿਰ ਉਸ ਤੋਂ ਬਾਅਦ ਡਬਲ ਬੌਂਡ ਨਜ਼ਰ ਆ ਜਾਏ, ਡਬਲ ਸਿੰਗਲ ਡਬਲ, ਤਾਂ ਉਸ ਦੇ ਅੰਦਰ ਕੀ ਹੋਏਗੀ ਬੱਚੋਂ, ਰੈਜ਼ੋਨੈਂਸ। ਤਾਂ ਦਿਮਾਗ 'ਚ ਰੱਖੋ ਇਹ ਚੀਜ਼, ਉੱਥੇ ਪਾਈ ਬੌਂਡ ਇਲੈਕਟ੍ਰੋਨਸ ਦੀ ਪੋਜੀਸ਼ਨ ਕੀ ਹੋਏਗੀ, ਚੇਂਜ। ਫੋਰ ਐਗਜ਼ਾਮਪਲ, ਸਭ ਤੋਂ ਬੈਸਟ ਐਗਜ਼ਾਮਪਲ ਕਿਹੜੀ ਹੈ, ਐਰੋਮੈਟਿਕ ਕੰਪਾਊਂਡ, that is ਬੈਂਜ਼ੀਨ, ਜੋ ਆਪਾਂ ਹੁਣੇ ਸਟੱਡੀ ਕੀਤੀ ਹੈ। ਚੈੱਕ ਕਰੋ ਉਸ ਦੇ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ, ਆਲਟਰਨੇਟ ਪੋਜੀਸ਼ਨਸ ਤੇ ਡਬਲ ਸਿੰਗਲ ਡਬਲ, ਡਬਲ ਸਿੰਗਲ ਡਬਲ, ਡਬਲ ਸਿੰਗਲ ਡਬਲ। ਤਾਂ ਇਹਦੇ ਅੰਦਰ ਕੀ ਹੋਏਗੀ, ਰੈਜ਼ੋਨੈਂਸ। ਉਰੇ ਡਬਲ ਬੌਂਡ ਦੀ ਪੋਜੀਸ਼ਨ ਕੀ ਹੋਈ ਜਾਏਗੀ, ਚੇਂਜ। ਦੇਖ ਲਓ ਇੱਧਰ ਡਬਲ ਸਿੰਗਲ ਡਬਲ, ਤਾਂ ਆਹ ਡਬਲ ਬੌਂਡ ਇੱਥੇ ਆ ਜਾਏਗਾ, ਇਹ ਡਬਲ ਬੌਂਡ ਅੱਗੇ ਚਲਾ ਜਾਏਗਾ, ਅਗੇਨ ਇਹ ਅੱਗੇ ਸ਼ਿਫਟ ਹੋ ਜਾਏਗਾ। ਤਾਂ ਜਿੱਥੇ ਪਹਿਲਾਂ 6 1 ਚ ਹੈ ਉਹ ਕਿੱਥੇ ਆ ਗਿਆ 1 2 ਚ, 2 3 ਤੋਂ 3 4, 4 5 ਤੋਂ 5 6। ਤਾਂ ਇਹ ਇੱਕ ਕੌਨਜੂਗੇਟਡ ਸਿਸਟਮ ਹੋ ਗਿਆ। ਤੇ ਇਸ ਨੂੰ ਹੋਰ ਕੀ ਕਹਿ ਸਕਦੇ ਹੋ ਤੁਸੀਂ, ਕੰਪਲੀਟ conjugated system। कंप्लीट है बिल्कुल, क्लोज चेंज पूरा का पूरा कंप्लीट नजर आ रहा है, ना कोई स्टार्टिंग पॉइंट है ना कोई एंड पॉइंट है, पूरी चेन दे अंदर ही बसया होया है, डबल सिंगल डबल, डबल सिंगल डबल। ये सीगा फर्स्ट कॉन्जुगेटेड सिस्टम। सेकंड वन, इस दी थां ते होर केड़ा सिस्टम है जिच रेजोनेंस हो सकती है, डबल बॉन्ड, सिंगल बॉन्ड प्लस लोन पेयर्स। जिन्ना ग्रुप ऑफ एटम्स कोल ਜਾਂ ਕਿਸੇ ਐਟਮ ਕੋਲ ਲੋਨ ਪੇਅਰ ਆਫ ਇਲੈਕਟ੍ਰॉन्स ਹੋਣਗੇ, ਉਹ ਪਾਈ ਬੌਂਡ ਦੀ ਪੋਜੀਸ਼ਨ ਚੇਂਜ ਕਰਨ ਦੇ ਵਿੱਚ ਹੈਲਪ ਕਰੇਗਾ। ਇੱਕ ਐਗਜ਼ਾਮਪਲ ਦੇਖੋ, CH2 डबल बॉन्ड CH
Cl. क्लोरीन हेट्रो एटम, 17th ग्रुप एलिमेंट, 7 वैलेंस इलेक्ट्रॉन्स होंगे जी चो एक इलेक्ट्रॉन बॉन्ड बना चुके हैं, रिमेनिंग बिहाइंड 6 इलेक्ट्रॉन्स इन फॉर्म ऑफ 3 लोन पेयर्स। तो उरे चेक करो की हो रहा है, डबल बॉन्ड, सिंगल बॉन्ड एंड लोन पेयर। तो हुण इस दे अंदर जिहड़ा यह लोन पेयर है ਉਹ इस पाई बॉन्ड ਦੇ ਨਾਲ रेजोनेंस शो कर रहा है। तुसी इसनूं इस तरह भी समझ सकते हो, अगर बिल्कुल भी तुसी चाहते हो क्रैमिंग ना करिए, करने भी नहीं चाहिए, कंसैप्ट नूं पहला समझो फिर स्पीड पकड़ लोगे अपने आप। तुसी आह डबल बॉन्ड है, ਜਦੋਂ ਆਹ ਵਾਲਾ ਕਾਰਬਨ ਦਾ ऑर्बिटल दिस वन ਇਹਦੇ ਨਾਲ ਸੇਮ ਪਲੇਨ ਹੋਊਗਾ ਤਾਂ ਇਹਨੂੰ ਛੱਡ ਕੇ ਉਹ ਇਹਦੇ ਨਾਲ ਵੀ ਓਵਰਲੈਪਿੰਗ ਕਰ ਸਕਦਾ ਨਾ। ਤਾਂ ਜਦੋਂ ਉਹ ਇਹਦੇ ਨਾਲ ਓਵਰਲੈਪਿੰਗ ਕਰੇਗਾ ਤਾਂ ਫਿਰ ਐਜ਼ ਇਟ ਇਜ਼ ਰਹਿ ਜਾਏਗਾ। ਜਿੱਥੇ ਡਬਲ ਬੌਂਡ ਆ ਉੱਥੇ ਕੀ ਆਜੂ ਹੁਣ ਸਿੰਗਲ, ਤੇ ਜਿੱਥੇ ਸਿੰਗਲ ਸੀ ਉੱਥੇ ਕੀ ਆ ਜਾਏਗਾ ਡਬਲ। ਤਾਂ ਫਿਰ ਇਸ ਤੋਂ ਅੱਗੇ ਸਟਰਕਚਰ ਕੀ ਬਣੇਗਾ CH2 CH Cl। ਐਟਮ ਦੀ ਪੋਜੀਸ਼ਨ ਹੀ ਚੇਂਜ ਹੋਏਗੀ ਰੈਜ਼ੋਨੈਂਸ, ਸਿਰਫ ਪਾਈ ਬੌਂਡ ਦੀ ਪੋਜੀਸ਼ਨ ਨੂੰ ਚੇਂਜ ਕਰਕੇ ਦੇਖਣਾ ਹੈ। ਤਾਂ ਉਰੇ ਪਹਿਲਾਂ ਪਾਈ ਬੌਂਡ ਕਾਰਬਨਸ ਦੇ ਵਿੱਚ ਚੱਲੇ, ਹੁਣ ਪਾਈ ਬੌਂਡ ਕਿੱਥੇ ਆ ਜਾਏਗਾ ਕਾਰਬਨ ਐਂਡ ਕਲੋਰੀਨ। ਤਾਂ ਲੋਨ ਪੇਅਰਸ ਨੇ ਇਸ ਪਾਈ ਬੌਂਡ ਦੇ ऑर्बिटल ਨਾਲ ਡੀਲੋਕਲਾਈਜੇਸ਼ਨ ਸ਼ੋ ਕਰ ਰਿਹਾ ਹੈ, ਸਾਈਡ ਵਾਈਜ਼ ਓਵਰਲੈਪਿੰਗ। ਤਾਂ ਕਲੋਰੀਨ ਨੇ ਆਪਣੇ ਇਲੈਕਟ੍ਰੋਨਸ ਨੂੰ ਯੂਜ਼ ਕੀਤਾ ਹੈ, ਇਸ ਕਰਕੇ ਕਲੋਰੀਨ ਤੇ ਕਿਹੜਾ ਚਾਰਜ ਪੋਜ਼ਿਟਿਵ, ਤੇ ਆਹ ਪਾਈ ਬੌਂਡਡ ਇਲੈਕਟ੍ਰੋਨਸ मूव करके किदे ऊपर चले जाएंगे सेकंड कार्बन को। सो दिस कार्बन कैरी नेगेटिव चार्ज। ता यह एक अपने पास रेजोनेटिंग स्ट्रक्चर बना चुके आप जिहदे विच चेक करो हुण पाई बॉन्ड कार्बन ते क्लोरीन दे विच चले आ गया। ता उरे इस कॉन्जुगेशन सिस्टम च आपां पाई बॉन्ड दी पोजीशन किहदी हेल्प नाल चेंज कर रहे हां लोन पेयर दी हेल्प। +1 ਦੇ ਫਾਈਨਲ ਐਗਜ਼ਾਮਸ ਦੇ ਵਿੱਚ ਰੈਜ਼ੋਨੇਟਿੰਗ ਸਟਰਕਚਰਸ ਬਣਾਉਣੇ ਆ ਜਾਂਦੇ ਆ, ਤੇ +2 ਦੇ ਵਿੱਚ ਇਹਨਾਂ ਰੈਜ਼ੋਨੇਟਿੰਗ ਸਟਰਕਚਰਸ ਦੀ ਹੈਲਪ ਨਾਲ ਆਪਾਂ ਕਈ ਕੁਐਸਚਨ ਸੋਲਵ ਕਰਦੇ ਆ। ਤਾਂ ਰੈਜ਼ੋਨੇਟਿੰਗ ਸਟਰਕਚਰਸ ਦੇ ਵਿੱਚ ਤੁਸੀਂ ਐਰੋ ਕਿਸ ਸਾਈਡ ਤੇ ਦਿਖਾਣਾ ਹੈ ਇਹਦਾ ਮੈਂ ਇੱਕ ਤੁਹਾਨੂੰ ਤਰੀਕਾ ਦੱਸ ਰਿਹਾ। ਸਭ ਤੋਂ ਪਹਿਲਾਂ ਤੁਸੀਂ ਲਿਖ ਲਓ ਇੱਥੇ ਨੈਗੇਟਿਵ ਚਾਰਜ, फिर लिखो लोन पेयर ऑफ इलेक्ट्रॉन्स, ते सेंटर च आ जाता हुंदा है पाई बॉन्ड। इस तो अगे पार्शियल पॉजिटिव चार्ज, ते लास्ट दे विच आएगा कंप्लीट पॉजिटिव चार्ज। हुण बच्चों इस केस दे अंदर थोनों पाई बॉन्ड तो नजर आएगा ही आएगा क्योंकि आप रेजोनेंस दी स्टडी कर रहे हैं। इस पाई बॉन्ड दे नाल एक चीज थोनों होर नजर आएगी बस। हुण जिवें इस तो पहला जिहड़ी मैंने एग्जांपल लेती है ਉਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਕਿਹੜੀਆਂ ਨਜ਼ਰ ਆ ਰਹੀਆਂ ਨੇ ਲੋਨ ਪੇਅਰ ਐਂਡ ਪਾਈ ਬੌਂਡ। ਤਾਂ ਇਸ ਦਾ ਮਤਲਬ ਇਹ ਹੋਇਆ ਜਿੱਥੇ ਤੁਹਾਨੂੰ ਲੋਨ ਪੇਅਰ ਤੇ ਪਾਈ ਬੌਂਡ ਨਜ਼ਰ ਆਏਗਾ ਤਾਂ ਤੁਸੀਂ ਪਾਈ ਬੌਂਡਡ ਇਲੈਕਟ੍ਰੋਨਸ ਨੂੰ ਨਹੀਂ ਲੋਨ ਪੇਅਰ ਕਰਨੀ ਭੇਜਣਾ, ਤੁਸੀਂ ਲੋਨ ਪੇਅਰ ਇਲੈਕਟ੍ਰੋਨਸ ਨੂੰ ਕਿੱਧਰ ਭੇਜਣਾ ਹੈ ਪਾਈ ਬੌਂਡ ਕਰਨੀ। ਜੇ ਮੈਂ ਤੁਹਾਨੂੰ ਕਹਾਂ ਕਿ ਕੰਪਾਊਂਡ ਦੇ ਅੰਦਰ ਸਟਰਕਚਰ ਦੇ ਅੰਦਰ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਪਾਈ ਬੌਂਡ and complete positive charge, ਜਿਹੜਾ ਮੈਂ ਤੁਹਾਨੂੰ ਅੱਗੇ ਦੱਸੂਗਾ ਇਹ ਇੱਕ ਕੌਨਜੂਗੇਟਿਵ ਸਿਸਟਮ ਬਣਾ ਸਕਦਾ ਹੈ। ਤਾਂ ਉਸ ਕੇਸ ਦੇ ਵਿੱਚ ਤੁਸੀਂ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ ਪਾਈ ਬੌਂਡ ਕਰਨੀ ਨਹੀਂ ਦਿਖਾਣੀ, ਤਾਂ ਉਰੇ ਤੁਸੀਂ ਪਾਈ ਬੌਂਡਡ ਇਲੈਕਟ੍ਰੋਨਸ ਦੀ ਡਾਇਰੈਕਸ਼ਨ ਕਿੱਧਰ ਦਿਖਾਓਗੇ ਪੋਜ਼ਿਟਿਵ ਚਾਰਜ ਕਰਨੀ। ਤਾਂ ਇਸ ਤਰ੍ਹਾਂ ਸਿਨੈਰੀਓ ਬਣਾਉਣਾ ਹੈ ਤੁਸੀਂ। ਤਾਂ ਆਹ ਚੀਜ਼ ਜੇ ਤੁਹਾਡੇ ਦਿਮਾਗ 'ਚ ਹੋਏਗੀ ਤਾਂ ਤੁਸੀਂ ਇਹ ਚੀਜ਼ ਨੂੰ ਅਪਲਾਈ ਕਰ ਸਕਦੇ ਹੋ ਕਿ ਪਾਈ ਬੌਂਡ ਹੈ ਮੇਰੇ ਪਾਸ। ਉਸ ਤੋਂ ਬਾਅਦ ਚੈੱਕ ਕਰ ਲਓ 1 2 3 ਐਂਡ 4 ਚੋਂ ਕਿਹੜੀ ਚੀਜ਼ ਪਈ ਹੈ।
ਜਿਹੜੀ ਚੀਜ਼ ਲੈਫਟ ਹੈਂਡ ਸਾਈਡ ਹੈ ਉਹਨੂੰ ਤੁਸੀਂ ਪਾਈ ਬੌਂਡ ਕਰਨੀ ਭੇਜਣਾ ਹੈ। ਜਿਹੜੀ ਚੀਜ਼ ਤੁਹਾਨੂੰ ਰਾਈਟ ਹੈਂਡ ਸਾਈਡ ਨਜ਼ਰ ਆ ਰਹੀ ਹੈ ਉਹਦੇ ਕੋਲ ਫਿਰ ਤੁਹਾਨੂੰ ਪਾਈ ਬੌਂਡ ਕਰਨੀ ਭੇਜਣਾ ਹੈ। ਤਾਂ ਪਾਈ ਬੌਂਡ ਕੰਪਲੀਟ ਪੋਜ਼ਿਟਿਵ ਚਾਰਜ ਕਰਨੀ ਜਾਏਗਾ। ਤੇ ਇਧਰੋਂ ਅਗਰ ਦੋਨਾਂ ਚੋਂ ਕੋਈ ਇੱਕ ਚੀਜ਼ ਨਜ਼ਰ ਆ ਰਹੀ ਹੈ ਨੈਗੇਟਿਵ ਚਾਰਜ ਜਾਂ ਲੋਨ ਪੇਅਰ, ਤਾਂ ਇਹ ਕਿੱਧਰ मूव ਕਰਨਗੇ? ਟੂਵਰਡਸ ਪਾਈ ਬੌਂਡ। ਤਾਂ ਆਪਣੇ ਪਾਸ ਦੋ ਕੌਨਜੂਗੇਟਡ ਸਿਸਟਮ ਹੈ, ਉਹਦੇ ਸ਼ੋ ਕੀਤੇ ਨੇ। थर्ड कॉन्जुगेटेड सिस्टम है बच्चों, डबल बॉन्ड, सिंगल बॉन्ड। लोन पेयर ਦੀ ਥਾਂ ਤੇ ਕੀ ਹੋ ਸਕਦਾ ਹੈ, ਜਿਸ ਤਰ੍ਹਾਂ ਤੁਸੀਂ ਹੁਣੀ ਦੇਖ ਕੇ ਆਏ ਹੋ, ਨੈਗੇਟਿਵ ਚਾਰਜ। ਨੈਗੇਟਿਵ ਚਾਰਜ ਇਹਦੀ ਵੀ ਇੱਕ ਆਪਾਂ ਐਗਜ਼ਾਮਪਲ ਸਟੱਡੀ ਕਰਦੇ ਹਾਂ। ਦੇਖੋ ਇਸ ਦੀ ਇੱਕ ਐਗਜ਼ਾਮਪਲ, CH2 double bond CH single bond oxygen and carry negative charge। ਉਹੀ concept ਹੈ। नेगेटिव चार्ज भी ਤਾਂ ਹੀ ਹੋਏਗਾ ਬੱਚੋਂ ਅਗਰ ਉਹਦੇ ਕੋਲ ਨॉन ਬੌਂਡਿੰਗ ਇਲੈਕਟ੍ਰॉन्स ਹੋਣਗੇ। ਤਾਂ ਇਹ ਇੱਕ ਕੌਨਜੂਗੇਟਡ ਸਿਸਟਮ ਹੋ ਗਿਆ। ਡਬਲ ਬੌਂਡ, ਸਿੰਗਲ ਬੌਂਡ, ਐਟਮ ਕੈਰੀ 네ਗੇਟਿਵ ਚਾਰਜ। ਤਾਂ ਇਸ ਕੌਨਜੂਗੇਟਡ ਸਿਸਟਮ ਦੇ ਅੰਦਰ ਪਾਈ ਬੌਂਡ ਆਪਣੀ ਪੋਜੀਸ਼ਨ ਚੇਂਜ ਕਰੇਗਾ। ਮੀਨਸ ਇਹਦੇ ਵਿੱਚ ਰੈਜ਼ੋਨੈਂਸ ਹੋਏਗੀ। ਤੇ ਰੈਜ਼ੋਨੈਂਸ ਦੇ ਵਿੱਚ ਐਰੋ ਕਿਸ ਸਾਈਡ ਤੇ ਦਿਖਾਣਾ ਹੈ ਇਹ ਦੇਖੋ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਇੱਕ ਸਟ੍ਰੈਟੇਜੀ ਦੱਸੀ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ 네ਗੇਟਿਵ ਚਾਰਜ ਤੇ ਲੋਨ ਪੇਅਰ ਦੀ ਡਾਇਰੈਕਸ਼ਨ ਹਮੇਸ਼ਾ ਪਾਈ ਬੌਂਡ ਕਰਨੀ ਨਜ਼ਰ ਆਏਗੀ। ਦਿਸ ਵਨ ਸਾਈਡ ਵਾਈਜ਼ ਓਵਰਲੈਪਿੰਗ ਦਾ ਤਾਂ ਕਨਸੈਪਟ ਹੈ ਹੀ ਹੈ, ਪਰ ਆਪਾਂ ਹਰੇਕ ਸਟਰਕਚਰ ਚ ਆਰਬਿਟਲ ਪਿਕਚਰ ਨਹੀਂ ਉੱਥੇ ਬਣਾ ਕੇ ਦੇਖ ਸਕਾਂਗੇ। ਟਾਈਮ ਨੂੰ ਆਪਾਂ ਰਿਡਿਊਸ ਕਰਨਾ ਹੈ, ਕੁਐਸਚਨ ਨੂੰ ਸਹੀ ਕਰਨਾ ਹੈ। ਤਾਂ ਉਹ ਕਿਵੇਂ ਦੇਖਾਂਗੇ? ਅਗਰ ਆਪਾਂ ਇਹ ਚੀਜ਼ਾਂ ਨੂੰ ਜਾਣ ਪਾਵਾਂਗੇ। ਤਾਂ ਇੱਥੇ ਆਪਣੇ ਪਾਸ ਇਸ ਦਾ ਨੈਕਸਟ ਸਟਰਕਚਰ ਕੀ ਬਣੇਗਾ? ਤਾਂ ਜਿੱਥੇ ਡਬਲ ਆ ਉੱਥੇ ਸਿੰਗਲ ਦਿਖਾ ਦੋ, ਤੇ ਜਿੱਥੇ ਸਿੰਗਲ ਉੱਥੇ ਡਬਲ। ਦਿਸ ਵਨ 네ਗੇਟਿਵ ਆਲਰੇਡੀ, ਪਹਿਲੇ ਇਹ ਨਿਊਟਰਲ ਹੋਏਗਾ। ਜਿਹੜੀ ਚੀਜ਼ ਆਲਰੇਡੀ ਨਿਊਟਰਲ ਹੁੰਦੀ ਹੈ, ਜੇ ਉਹ ਇਲੈਕਟ੍ਰॉन्स ਦੇ ਦੇ ਤਾਂ ਉਸ ਤੇ ਕਿਹੜਾ ਚਾਰਜ ਆ ਜਾਂਦਾ ਹੈ? पॉजिटिव। आफ्टर लूज ऑफ इलेक्ट्रॉन्स, लूज ऑफ इलेक्ट्रॉन्स जे वो इलेक्ट्रॉन्स ले ले तो न्यूट्रल होने तो बाद उस ते फिर केड़ा चार्ज नजर आता है? नेगेटिव चार्ज। मींस आफ्टर गेन ऑफ इलेक्ट्रॉन्स। तो उरे ऑलरेडी नेगेटिव है, तो पहला वो न्यूट्रल, फिर न्यूट्रल तो अगे पॉजिटिव होता है। हुण ये न्यूट्रल सी, इन्हें इलेक्ट्रॉन्स ले ले, आ वाले पाई बॉन्डेड इलेक्ट्रॉन्स, तो इस ते केड़ा चार्ज? नेगेटिव चार्ज। इस तरह याद रखो कि एक चीज अगर न्यूट्रल है तो वो इलेक्ट्रॉन्स ले रही है तो नेगेटिव, न्यूट्रल है इलेक्ट्रॉन्स दे रही है तो पॉजिटिव। अगर पॉजिटिव है इलेक्ट्रॉन्स लेके न्यूट्रल, फिर इलेक्ट्रॉन्स लेके नेगेटिव। ठीक, तो किन्ने हो गए बेटा? चेक करो। 3 conjugated systems। Fourth one, double bond, single bond, atom carry positive charge। जे किसी एटम के ऊपर पॉजिटिव चार्ज है तो वो डबल सिंगल एटम कैरी पॉजिटिव चार्ज शो कर रहा है, तो इसका मतलब वो एक अपने पास कॉन्जुगेटेड सिस्टम है। तो ਉਹਦੇ ਵਿੱਚ ਪਾਈ ਬੌਂਡ ਦੀ ਪੋਜੀਸ਼ਨ ਕੀ ਕਰਵਾ ਸਕਦੇ ਆਪਾਂ? ਚੇਂਜ। देखो एक एग्जांपल इतनी कंसीडर करते हैं। CH2 डबल बॉन्ड CH सिंगल बॉन्ड CH2 पॉजिटिव। हुण देखो डबल सिंगल पॉजिटिव, पहली गल तो यह अपने पास की एक कॉन्जुगेटेड सिस्टम है, तो इस की हो सकती है? रेजोनेंस। डबल हेडेड एरो रेजोनेंस दे विच इस तरह दा एरो शो करदे आ। तां हुण किधर डायरेक्शन होएगी? चेक करो, पाई बॉन्ड है ते पॉजिटिव चार्ज है, तां हुण पॉजिटिव चार्ज नहीं पाई बॉन्ड करनी जाएगा, पाई बॉन्ड पॉजिटिव चार्ज करनी शो करना पड़ेगा। दिस वन। सो CH2
CH2, ਜਿੱਥੇ ਡਬਲ ਉੱਥੇ ਸਿੰਗਲ, ਜਿੱਥੇ ਸਿੰਗਲ ਉੱਥੇ ਡਬਲ। ਇਸ ਤੇ ਪੋਜ਼ਿਟਿਵ ਹੈ, ਇਲੈਕਟ੍ਰॉन्स ਲੈਣ ਤੋਂ ਬਾਅਦ ਪਹਿਲਾਂ ਕੀ ਹੋਏਗਾ, ਨਿਊਟਰਲ। ਇਸ ਤੇ ਕੁਝ ਵੀ ਨਹੀਂ ਹੈਗਾ, ਇਲੈਕਟ੍रॉन्स ਦੇਣ ਤੋਂ ਬਾਅਦ ਇਸ ਤੇ ਪੋਜ਼ਿਟਿਵ। ਤਾਂ ਨਿਊਟਰਲ ਵਾਲਾ ਇਲੈਕਟ੍रॉन्स ਦੇਣ ਤੋਂ ਬਾਅਦ ਪੋਜ਼ਿਟਿਵ ਚਾਰਜ ਕੈਰੀ ਕਰੂਗਾ, ਤੇ ਪੋਜ਼ਿਟਿਵ ਚਾਰਜ ਵਾਲਾ ਇਲੈਕਟ੍रॉन्स ਲੈਣ ਤੋਂ ਬਾਅਦ ਨਿਊਟਰਲ ਹੋ ਜਾਏਗਾ। ਤਾਂ ਇਹ ਦੋਨੋਂ ਕੀ ਹੋ ਗਏ ਆਪਣੇ ਪਾਸ, ਰੈਜ਼ੋਨੇਟਿੰਗ ਸਟਰਕਚਰਸ, ਜਿਹ ਚ ਪਾਈ ਬੌਂਡ ਆਪਣੀ ਪੋਜੀਸ਼ਨ ਕੀ ਕਰ ਰਿਹਾ ਹੈ, ਵਿਦ ਦਾ ਹੈਲਪ ਆਫ ਪੋਜ਼ਿਟਿਵ ਚਾਰਜ ਚੇਂਜ ਕਰ ਰਿਹਾ ਹੈ। ਠੀਕ, ਤਾਂ ਸਭ ਤੋਂ ਪਹਿਲਾਂ ਇਹ ਚੈੱਕ ਕਰ ਲਓ 4 ਤੁਹਾਡੇ ਪਾਸ ਕੌਨਜੂਗੇਟਡ ਸਿਸਟਮਸ ਨੇ। ਹੋਰ ਵੀ ਕੌਨਜੂਗੇਟਡ ਸਿਸਟਮਸ ਹੁੰਦੇ ਆ ਬੇਟਾ, ਜਿਸ ਤਰ੍ਹਾਂ ਡਬਲ ਬੌਂਡ, ਸਿੰਗਲ ਬੌਂਡ, ਫਿਰ ਉਸ ਤੋਂ ਬਾਅਦ ਆਪਣੇ ਪਾਸ ਆ ਜਾਂਦਾ ਹੈ ਵੈਕੈਂਟ ऑर्बिटल, ਜਿਸ ਦੇ ਵਿੱਚ ਨਾ ਕੋਈ ਪੋਜ਼ਿਟਿਵ ਚਾਰਜ ਹੈ ਨਾ ਹੀ ਕੋਈ ਨੈਗੇਟਿਵ ਚਾਰਜ ਹੈ, ਖਾਲੀ ऑर्बिटल। ਉਸ ਦੇ ਅੰਦਰ ਵੀ ਰੈਜ਼ੋਨੈਂਸ ਹੋ ਸਕਦੀ ਹੈ, ਉਸ 'ਚ ਵੀ ਪਾਈ ਬੌਂਡ ਆਪਣੀ ਪੋਜੀਸ਼ਨ ਚੇਂਜ ਕਰ ਸਕਦਾ ਹੈ। ਇੱਕ ਹੋਰ ਕੌਨਜੂਗੇਟਡ ਸਿਸਟਮ ਹੁੰਦਾ ਹੈ ਡਬਲ ਬੌਂਡ, ਸਿੰਗਲ ਬੌਂਡ, ऑर्बिटल with odd electron, odd electron, ਜਿਹਨੂੰ ਆਪਾਂ ਹੋਰ ਕੀ ਕਹਿ ਦਿੰਦੇ ਆ ਬੱਚੋ, ਫ੍ਰੀ ਰੈਡੀਕਲ। ਤਾਂ ਇਹ ਵੀ ਆਪਣੇ ਪਾਸ ਨੈਕਸਟ 2 ਕੌਨਜੂਗੇਟਡ ਸਿਸਟਮਸ ਨੇ, ਜਿਨ੍ਹਾਂ ਚ ਪਾਈ ਬੌਂਡ ਦੀ ਪੋਜੀਸ਼ਨ ਕੀ ਹੋ ਸਕਦੀ ਹੈ, ਚੇਂਜ। ਬਟ ਇਹ ਆਪਣੇ ਪਾਸ 4 ਕੌਨਜੂਗੇਟਡ ਸਿਸਟਮ ਸਭ ਤੋਂ ਜ਼ਿਆਦਾ ਯੂਜ਼ ਹੁੰਦੇ ਨੇ। ਹੁਣ ਆਪਾਂ ਮੇਨ ਕੁਝ ਉਹਨਾਂ ਐਗਜ਼ਾਮਪਲਸ ਤੇ ਆਨੇ ਆ ਜਿਹੜੀਆਂ ਐਗਜ਼ਾਮਪਲਸ +1 ਦੇ ਹਾਈਡਰੋਕਾਰਬਨ ਚੈਪਟਰ 'ਚ ਯੂਜ਼ ਹੁੰਦੀਆਂ ਨੇ, ਤੇ +2 ਦੀ ਆਰਗੈਨਿਕ ਕੈਮਿਸਟਰੀ ਦੇ ਵਿੱਚ ਪੂਰੀ ਦੀ ਪੂਰੀ ਕੈਮਿਸਟਰੀ 'ਚ ਨਜ਼ਰ ਆਉਂਦੀਆਂ ਨੇ। ਦੇਖਿਓ, ਚਲੋ ਧਿਆਨ ਨਾਲ ਦੇਖਿਓ, ਇੱਕ ਕੁਐਸਚਨ ਦੀ ਹੈਲਪ ਨਾਲ ਸਮਝਦੇ ਆ। ਡਰੋ all the resonating structures of किसदे, ਆਪਾਂ किसदे कंसिडर करिए, फिनोल ਦੇ ਸਾਰੇ रेजोनेटिंग स्ट्रक्चर्स बनाओ। फिनोल ਹੁੰਦਾ ਕਿਹੜਾ ਬੇਟਾ, ਇਹ ਉਹ ਕੰਪਾਊਂਡ ਹੁੰਦਾ ਹੈ ਜਿਹੜਾ ਬੈਂਜ਼ੀਨ ਤੋਂ ਬਣ ਸਕਦਾ ਹੈ। ਜਦੋਂ ਮੈਂ ਬੈਂਜ਼ੀਨ ਦੇ ਇੱਕ ਹਾਈਡਰੋਜਨ ਨੂੰ ਕਿਹਦੇ ਨਾਲ ਰਿਪਲੇਸ ਕਰਦਾ, OH ਦੇ ਨਾਲ, ਤਾਂ ਜਦੋਂ ਬੈਂਜ਼ੀਨ ਦਾ ਇੱਕ ਹਾਈਡਰੋਜਨ OH ਦੇ ਨਾਲ ਰਿਪਲੇਸ ਹੋ ਜਾਂਦਾ ਹੈ, ਉਸ ਨੂੰ ਆਪਾਂ ਕੀ ਕਹਿੰਦੇ ਆ, ਫਿਨੋਲ। ਹੁਣ ਇਹ ਫਿਨੋਲ ਦਾ ਇੱਕ ਰੈਜ਼ੋਨੇਟਿੰਗ ਸਟਰਕਚਰ ਹੈ, ਕਿਉਂਕਿ ਇਹ ਚ ਮੈंने ਰਿੰਗ ਨਹੀਂ ਦਿਖਾਈ, ਇਹ ਚ ਮੈਂ ਡਬਲ ਬੌਂਡਸ ਦੀ ਪੋਜੀਸ਼ਨ ਨੂੰ ਫਿਕਸ ਕਰਕੇ ਚੱਲ ਰਿਹਾ। ਇਹ ਇੱਕ ਆਪਣੇ ਪਾਸ ਰੈਜ਼ੋਨੇਟਿੰਗ ਸਟਰਕਚਰ ਹੈ। ਹੁਣ ਇਸ ਦੇ ਵਿੱਚ ਚੈੱਕ ਕਰੋ ਕਿ ਕੋਈ ਕੌਨਜੂਗੇਟਡ ਸਿਸਟਮ ਹੈ, ਬਿਲਕੁਲ ਹੈ। ਤੁਸੀਂ ਸਭ ਤੋਂ ਪਹਿਲਾਂ ਦੇਖਣਾ ਹੀ ਕੌਨਜੂਗੇਟਡ ਸਿਸਟਮ ਹੈ, ਰੈਜ਼ੋਨੈਂਸ ਕਰਵਾਉਣ ਤੋਂ ਪਹਿਲਾਂ, ਪਾਈ ਬੌਂਡ ਦੀ ਪੋਜੀਸ਼ਨ ਚੇਂਜ ਕਰਨ ਤੋਂ ਪਹਿਲਾਂ। ਲੇਕਿਨ ਐਟਮ ਦੀ ਪੋਜੀਸ਼ਨ ਬਿਲਕੁਲ ਚੇਂਜ ਨਹੀਂ ਕਰਨੀ, ਇਹ ਧਿਆਨ ਰੱਖਿਓ। ਹੁਣ ਦੇਖੋ ਇੱਥੇ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ, ਇੱਥੇ ਤੁਹਾਡੇ ਪਾਸ ਆਹ ਇੱਕ ਕੌਨਜੂਗੇਟਡ ਸਿਸਟਮ ਨਜ਼ਰ ਆ ਰਿਹਾ। ਦੇਖੋ ਡਬਲ, ਸਿੰਗਲ, ਉਹ ਐਟਮ ਜਿਹਦੇ ਕੋਲ ਕੀ ਪਏ ਨੇ, ਲੋਨ ਪੇਅਰਸ। ਤਾਂ ਹੁਣ ਦੱਸੋ ਇਸ ਚ ਹੋਏਗਾ ਕੀ, ਲੋਨ ਪੇਅਰ ਪਾਈ ਬੌਂਡ ਕਰਨੀ ਜਾਣਗੇ ਜਾਂ ਪਾਈ ਬੌਂਡ ਲੋਨ ਪੇਅਰ ਕਰਨੀ, ਦੱਸਿਆ ਸੀ ਤਰੀਕਾ। ਤਾਂ ਲੋਨ ਪੇਅਰ ਆਫ ਇਲੈਕਟ੍ਰॉन्स ਅੱਗੇ ਜਾਣਗੇ, ਲੇਕਿਨ ਤੁਹਾਨੂੰ ਪਤਾ ਹੈ ਕਾਰਬਨ 4 ਬੌਂਡਸ ਹੀ ਬਣਾਉਂਦੀ ਹੈ, ਤਾਂ ਫਿਰ ਇਹ ਪਾਈ ਬੌਂਡਡ ਇਲੈਕਟ੍ਰॉन्स ਇਸ ਕਾਰਬਨ ਤੇ ਸ਼ਿਫਟ ਹੋ ਜਾਣਗੇ। ਤਾਂ ਆਪਣੇ ਪਾਸ ਫਸਟ ਸਟਰਕਚਰ ਤੋਂ ਨੈਕਸਟ ਸਟਰਕਚਰ ਕਿਹੜਾ ਬਣ ਰਿਹਾ, ਇਹ ਤਾਂ ਬਿਲਕੁਲ ਐਜ਼ ਇਟ ਇਜ਼ ਰਹੇਗਾ, ਇਹਨੂੰ ਤਾਂ ਛੇੜੇ ਹੀ ਨਹੀਂ ਆਪਾਂ ਨੇ। ਇੱਥੇ OH ਹੈ, ਐਟਮਸ ਦੀ ਪੋਜੀਸ਼ਨ ਵੀ ਚੇਂਜ ਨਹੀਂ ਹੋਏਗੀ, ਲੇਕਿਨ ਜਿੱਥੇ ਪਹਿਲਾਂ ਸਿੰਗਲ ਸੀ
ਹੁਣ ਉੱਥੇ ਕਿਹੜਾ ਬੌਂਡ? ਡਬਲ। ਜਿੱਥੇ ਡਬਲ ਉੱਥੇ ਸਿੰਗਲ। ਨਿਊਟਰਲ ਆਕਸੀਜਨ, ਇਲੈਕਟ੍ਰॉन्स देते, ਕਿਹੜਾ ਚਾਰਜ? ਪੋਜ਼ਿਟਿਵ। ਕਾਰਬਨ ਨਿਊਟਰਲ ਲੇਕਿਨ ਇਲੈਕਟ੍ਰॉन्स ਲੈ ਲੇ, ਨੈਗੇਟਿਵ। ਤਾਂ ਚੈੱਕ ਕਰੋ ਇਸ ਕੰਜੂਗੇਟਡ ਸਿਸਟਮ ਦੇ ਵਿੱਚ ਲੋਨ ਪੇਅਰ ਦੀ ਹੈਲਪ ਨਾਲ ਆਪਾਂ ਪਾਈ ਬੌਂਡ ਦੀ ਪੋਜੀਸ਼ਨ ਚੇਂਜ ਕਰ ਚੁੱਕੇ ਹਾਂ। ਨੈਕਸਟ, ਇਸ ਤੋਂ ਨੈਕਸਟ ਸਟਰਕਚਰ, ਬਸ ਇਸ ਤਰ੍ਹਾਂ ਆਪਾਂ ਅੱਗੇ ਦੇ ਅੱਗੇ ਹੁਣ ਕੰਟੀਨਿਊ ਚੱਲੀ ਜਾਵਾਂਗੇ। नेक्स्ट कॉन्जुगेटेड सिस्टम देखो, दिस वन डबल, सिंगल, नेगेटिव, बाकी सब कुछ एज इट इज। तो हम नेगेटिव मूविंग टुवर्ड्स पाई बॉन्ड, दिस वन। तो जिथे सिंगल उथे डबल, जिथे डबल उथे सिंगल, यह न्यूट्रल हो जाएगा। तो दिस कार्बन नाउ कैरी नेगेटिव चार्ज। अगेन डबल बॉन्ड की पोजीशन चेंज करती है आपने। आगे चलो इस तरह, दिस वन डबल, सिंगल, नेगेटिव चार्ज। आगे जाएगा बेटा, दिस वन सो हियर नेगेटिव, डबल, बाकी सब कुछ एज इट इज। एक और स्ट्रक्चर बन सकता है क्योंकि अगे भी जा सकता है नेगेटिव चार्ज। तो चेक करो ਆਪਾਂ ਨੇ फिनोल दे किन्ने रेजोनेटिंग स्ट्रक्चर्स बनाते? 5, 1 2 3 4 5 6, 1 2 3 4 5 6। पूरे डबल बॉन्ड 1 2 सी। लास्ट स्ट्रक्चर चेक करो कि वाकई च अपन ये रेजोनेटिंग स्ट्रक्चर सही बनाए ने। वाकई दे विच आपां रेजोनेंस करके दिखाई है OH ग्रुप की हेल्प नाल, जिस ऑक्सीजन को लोन पेयर से बिल्कुल करके दिखाई है। उरे 1 2 च डबल बॉन्ड है, लास्ट दे विच 2 3 ते चला गया। उरे नेक्स्ट डबल बॉन्ड किथे है? 3 4। उरे बच्चों चेक करो 4 5, हियर 5 6, तेथे बच्चों 6। ਤਾਂ ਇਸ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਕਿ ਜਿਹੜੇ ਆਕਸੀਜਨ ਦੇ ਲੋਨ ਪੇਅਰਸ ਨੇ ਉਹ ਡਬਲ ਬੌਂਡਸ ਦੀ ਪੋਜੀਸ਼ਨ ਚੇਂਜ ਕਰਨ 'ਚ ਹੈਲਪ ਕਰ ਰਹੀ ਹੈ। ਤਾਂ ਸਭ ਤੋਂ ਪਹਿਲਾਂ ਆਪਣੇ ਪਾਸ ਇਹ ਕੰਜੂਗੇਟਡ ਸਿਸਟਮ ਨਜ਼ਰ ਆਇਆ, ਫਿਰ ਬੱਚੋਂ ਆਹ ਵਾਲਾ, ਫਿਰ ਆਹ ਲਾਸਟ ਵਨ, ਦਿਸ ਵਨ। ਇੱਥੇ ਡਬਲ ਸਿੰਗਲ ਲੋਨ ਪੇਅਰ ਸੀ, ਉਰੇ ਡਬਲ ਸਿੰਗਲ ਨੈਗੇਟਿਵ ਚਾਰਜ, ਉਰੇ ਬੱਚੋਂ ਡਬਲ ਸਿੰਗਲ ਨੈਗੇਟਿਵ। ਠੀਕ, ਤਾਂ ਇਹ ਇੱਕ ਐਗਜ਼ਾਮਪਲ ਦੀ ਹੈਲਪ ਨਾਲ ਤੁਸੀਂ ਰੈਜ਼ੋਨੇਟਿੰਗ ਸਟਰਕਚਰਸ ਨੂੰ ਸਟੱਡੀ ਕੀਤਾ ਹੈ। ਹੁਣ ਇਸ ਤੋਂ ਬਾਅਦ ਕੁਐਸਚਨਸ ਕਿਸ ਤਰ੍ਹਾਂ ਆਉਂਦੇ ਨੇ ਵੀ ਦੇਖਿਓ। ਜਦੋਂ ਆਪਾਂ ਬੈਂਜ਼ੀਨ ਦੀ ਕਿਸੇ ਇੱਕ ਹਾਈਡਰੋਜਨ ਨੂੰ ਪਾਰਟਿਕੂਲਰ ਗਰੁੱਪ ਦੇ ਨਾਲ ਰਿਪਲੇਸ ਕਰਦੇ ਆ, ਪਾਰਟਿਕੂਲਰ ਗਰੁੱਪ ਦੇ ਨਾਲ, ਤਾਂ ਆਪਾਂ ਜਿਸ ਗਰੁੱਪ ਦੇ ਨਾਲ ਰਿਪਲੇਸ ਕਰਦੇ ਆ ਉਹ ਗਰੁੱਪ ਜਾਂ ਤਾਂ ਰਿੰਗ ਨੂੰ ਕੀ ਕਰ ਰਿਹਾ ਹੁੰਦਾ ਹੈ? ਐਕਟੀਵੇਟ, ਜਾਂ ਫਿਰ ਉਹ ਗਰੁੱਪ ਰਿੰਗ ਨੂੰ ਕੀ ਕਰ ਰਿਹਾ ਹੁੰਦਾ ਹੈ? ਡੀਐਕਟੀਵੇਟ। ਐਕਟੀਵੇਟ ਦਾ ਮਤਲਬ ਜਿਹੜਾ ਰਿੰਗ ਤੇ ਇਲੈਕਟ੍ਰੋਨ ਡੈਂਸਿਟੀ ਕੀ ਕਰਦੇ? इंक्रीज। डीएक्टिवेट इज द उल्ट, जेड़ा रिंग ते इलैक्ट्रॉन डेंसिटी की करते? डिक्रीज। ਤਾਂ ਇਸ ਤੋਂ ਪਹਿਲਾਂ ਜਿਹੜੇ ਆਪਾਂ ਫਿਨੋਲ ਦੇ ਰੈਜ਼ੋਨੇਟਿੰਗ ਸਟਰਕਚਰਸ ਬਣਾਏ ਨੇ ਉਹ ਚ ਚੈੱਕ ਕਰੋ ਰਿੰਗ ਦੇ ਉੱਪਰ ਕਿਹੜਾ ਚਾਰਜ ਆ ਰਿਹਾ ਹੈ। ਰਿੰਗ ਦੇ ਉੱਪਰ ਚੈੱਕ ਕਰੋ ਬੱਚੋ ਕਿਹੜਾ ਚਾਰਜ ਆ ਰਿਹਾ ਹੈ। ਬਿਲਕੁਲ ਸਹੀ ਸੋਚ ਰਹੇ ਹੋ। ਨੈਗੇਟਿਵ ਨੈਗੇਟਿਵ ਨੈਗੇਟਿव। जिथे जिथे मैंने जेलो सर्कल लगाया चेक करो उस पोजीशन से केड़ा चार्ज है? नेगेटिव चार्ज। ਇਹਦਾ मतलब की होया? ਇਹਦਾ मतलब मैं यह कह सकदा कि जेड़ा OH ग्रुप है
ਇਹ ਕੀ ਹੈ ਬੱਚੋं ਇਹ एक्टिवेटिंग ग्रुप, क्योंकि इसने रिंग दे ऊपर इलेक्ट्रॉन डेंसिटी ਨੂੰ ਕੀ ਕਰਤਾ इंक्रीज। इस तरह एक एग्जांपल ਹੁਣ ਮੈਂ ਉਹ ਲੈ ਰਿਹਾ ਜਿਹਦੇ ਵਿੱਚ ਤੁਹਾਨੂੰ ਇਹ ਲੱਗੇਗਾ ਕਿ ਰਿੰਗ ਤੇ ਇਲੈਕਟ੍ਰੋਨ ਡੈਂਸਿਟੀ ਕੀ ਹੋਗੀ डिक्रीज। देखो एक एग्जांपल, बेंजीन दे एक हाइड्रोजन ਨੂੰ मैं एल्डिहाइड वाले ग्रुप ਦੇ ਨਾਲ रिप्लेस करता, एल्डिहाइड वाले, ਤੇ इस कंपाउंड ਦਾ नेम है बेंजल्डिहाइड। एक बेंजल्डिहाइड है। ਹੁਣ देखियो ਆਹ ਤੁਹਾਨੂੰ ਇੱਕ ਕੌਨਜੂਗੇਟਡ सिस्टम नजर आ रहा है, बहुत इंटरेस्टिंग है। डबल सिंगल डबल, पर ਹੁਣ ਡਬਲ ਸਿੰਗਲ ਡਬਲ ਚ ਆਪਾਂ ਸੋਚਾਂਗੇ ਕਿ ਆਪਾਂ ਕਿੱਧਰੋਂ ਕਿੱਧਰ ਲੈ ਕੇ ਜਾਈਏ ਇਲੈਕਟ੍ਰੋਨਸ। ਬਹੁਤ ਇੰਟਰਸਟਿੰਗ ਹੈ। ਤੁਸੀਂ ਇਸ ਤਰ੍ਹਾਂ ਦੇਖੋ ਕਿ ਟਰਮੀਨਲ ਪੋਜੀਸ਼ਨ ਤੇ ਕਿਸ ਤਰ੍ਹਾਂ ਦੇ ਐਟਮਸ ਨੇ। ਟਰਮੀਨਲ ਪੋਜੀਸ਼ਨ ਤੇ ਦੇਖੋ ਉਰੇ ਆਕਸੀਜਨ ਹੈ ਤੇ ਉਰੇ ਕਾਰਬਨ ਹੈ, ਤੇ ਤੁਹਾਨੂੰ ਪਤਾ ਹੈ ऑक्सीजन इज मोर इलेक्ट्रोनेगेटिव दैन कार्बन, तो फिर ऑक्सीजन इलेक्ट्रॉन्स ਨੂੰ ਆਪਣੇ ਵੱਲ ਖਿੱਚੂਗੀ, which means ਇਹ ਪਾਈ ਬੌਂਡਡ ਇਲੈਕਟ੍ਰॉन्स ਰਿੰਗ ਤੋਂ ਬਾਹਰ ਆਣਗੇ। ਤਾਂ ਇਸ ਤੋਂ ਸੈਕਿੰਡ ਰੈਜ਼ੋਨੇਟਿੰਗ ਸਟਰਕਚਰ ਕਿਹੜਾ ਬਣ ਰਿਹਾ, ਜਿਹਦੀ ਸਟੱਡੀ ਕਰ ਰਹੇ ਹੁੰਦੇ ਹੋ सिर्फ उस पे फोकस करा करो, बाकी सब कुछ एज इट इज रखा करो। हुण ये दोनों एटम न्यूट्रल सी, इलैक्ट्रॉन जिहदे कोलों चले जाणगे उसते पॉजिटिव, जिहदे कोल सॉरी जिथों जाणगे उसते पॉजिटिव, जिहदे कोल जाणगे उसते नेगेटिव। तां कार्बन ते किहड़ा चार्ज आ जाएगा पॉजिटिव, जिथे डबल उत्थे सिंगल, सिंगल दी थां ते डबल, डबल दी थां ते सिंगल, एंड ऑक्सीजन कैरी नेगेटिव चार्ज। ਹੁਣ ਚੈੱਕ ਕਰੋ, ਜਦੋਂ ਆਪਾਂ ਹਾਈਡਰੋਜਨ ਨੂੰ ਐਲਡੀਹਾਈਡ ਵਾਲੇ ਗਰੁੱਪ ਦੇ ਨਾਲ ਰਿਪਲੇਸ ਕੀਤਾ ਤਾਂ ਰਿੰਗ ਤੇ ਕਿਹੜਾ ਚਾਰਜ ਆ ਗਿਆ ਪੋਜ਼ਿਟਿਵ, ਇਲੈਕਟ੍ਰੋਨ ਡੈਂਸਿਟੀ ਘਟ ਗਈ। ਤਾਂ ਆਪਾਂ ਐਲਡੀਹਾਈਡ ਨੂੰ ਕੀ ਕਹਾਂਗੇ, ਐਲਡੀਹਾਈਡ ਇਜ਼ ਡੀ ਐਕਟੀਵੇਟਿੰਗ ग्रुप, ਤੇ OH ग्रुप ਕੀ ਸੀ एक्टिवेटिंग, क्योंकि उस करके रिंग के ऊपर नेगेटिव चार्ज आ रहे थे, इलैक्ट्रॉन डेंसिटी बढ़ रही सी। तो एक बार मैं इसके रेजोनेटिंग स्ट्रक्चर पूरे करदा, फिर एक होर कंसैप्ट आप रेजोनेंस की हेल्प नाल समझांगे। आगे पता ही है बेटा, डबल सिंगल पॉजिटिव है, पाई बॉन्ड पॉजिटिव चार्ज करने जाएगा, बाकी सब कुछ एज इट इज। हरेक कॉन्जुगेटेड सिस्टम दे विच पाई बॉन्ड अपनी पोजीशन चेंज करी जाएगा। फाइनली आप उत्थे पहुंच जाएंगे जिथों चले सी, लेकिन रिंग दे अंदर डबल बॉन्ड की पोजीशन की हो चुकी होगी, चेंज हो चुकी होगी। 1 2 3 4 5 6 पहले स्ट्रक्चर दे विच रिंग दे अंदर डबल बॉन्ड केड़ी-केड़ी पोजीशन ते है 1 2 3 4 5 6, लेकिन जेड़ा लास्ट स्ट्रक्चर बनाया है फिफ्थ स्ट्रक्चर ओदे विच चेक करो डबल बॉन्ड दी पोजीशन केड़ी-केड़ी आ गई 2 3 4 5 6 1। सो इस लैक्चर दे विच सब तो पहला तो तुसी बच्चों यह देखिया कि रेजोनेंस हुंदी की है, फिर देखिए किस तरह हुंदी है, फिर रेजोनेंस नूं करवाउण लई किस तरह का सिस्टम चाहिए, दैट इज द कॉन्जुगेटेड सिस्टम। फिर उहदे विच पाई बॉन्डेड इलैक्ट्रॉन्स किस साइड मूव करनगे, फ्लो ऑफ इलैक्ट्रॉन्स की मूवमेंट की होएगी। सब तो पहला
ਨੈਗੇਟਿਵ ਚਾਰਜ, ਫਿਰ ਲੋਨ ਪੇਅਰ, ਫਿਰ ਪਾਈ ਬੌਂਡ, ਫਿਰ ਪਾਰਸ਼ੀਅਲ ਪੋਜ਼ਿਟਿਵ, ਲਾਸਟ 'ਚ ਪੋਜ਼ਿਟਿਵ। ਪਾਈ ਬੌਂਡ ਤਾਂ ਹੋਏਗਾ ਹੀ ਹੋਏਗਾ। ਫਿਰ ਉਸ ਤੋਂ ਇਲਾਵਾ ਚੈੱਕ ਕਰ ਲਿਆ ਕਰੋ, ਨੈਗੇਟਿਵ ਚਾਰਜ ਹੈ ਤਾਂ ਨੈਗੇਟਿਵ ਚਾਰਜ ਪਾਈ ਬੌਂਡ ਕਰਨੀ ਜਾਏਗਾ, ਲੋਨ ਪੇਅਰ ਹੈ ਉਹ ਵੀ ਪਾਈ ਬੌਂਡ ਕਰਨੀ ਜਾਏਗਾ। ਲੇਕਿਨ ਪੋਜ਼ਿਟਿਵ ਚਾਰਜ ਹੋਏਗਾ ਅਗਰ, ਤਾਂ ਪੋਜ਼ਿਟਿਵ ਚਾਰਜ ਨਹੀਂ ਪਾਈ ਬੌਂਡ ਕਰਨੀ ਆਏਗਾ। ਪਾਈ ਬੌਂਡ ਦੀ ਡਾਇਰੈਕਸ਼ਨ ਕਿੱਧਰ ਦਿਖਾਣੀ ਹੈ ਤੁਸੀਂ, ਪੋਜ਼ਿਟਿਵ ਚਾਰਜ ਕਰਨੀ। ਫਿਰ ਆਪਾਂ ਨੇ ਰਿੰਗ ਦੇ ਉੱਪਰ ਬੈਂਜ਼ੀਨ ਰਿੰਗ 'ਚ ਹਾਈਡਰੋਜਨ ਨੂੰ ਇੱਕ ਇੱਕ ਗਰੁੱਪ ਨਾਲ ਰਿਪਲੇਸ ਕਰਕੇ ਦੇਖਿਆ ਕਿ ਰਿੰਗ ਤੇ ਕੀ ਇਫੈਕਟ ਪੈਂਦਾ ਹੈ। ਸਭ ਤੋਂ ਪਹਿਲਾਂ ਮੈਂ ਫਿਨੋਲ ਦਾ ਸਟਰਕਚਰ ਲੈਤਾ, ਜਿਸ 'ਚ ਹਾਈਡਰੋਜਨ ਨੂੰ OH ਗਰੁੱਪ ਦੇ ਨਾਲ ਰਿਪਲੇਸ ਕੀਤਾ। ਜਿਸ ਕੇਸ 'ਚ ਤੁਸੀਂ ਕੀ ਚੈੱਕ ਕੀਤਾ ਕਿ OH ਗਰੁੱਪ ਨੇ, ਆਕਸੀਜਨ ਦੇ ਲੋਨ ਪੇਅਰਸ ਨੇ ਰਿੰਗ ਤੇ ਇਲੈਕਟ੍ਰੋਨ ਡੈਂਸਿਟੀ ਵਧਾਤੀ, ਇਸ ਕਰਕੇ ਮੈਂ OH ਨੂੰ ਕੀ ਕਹਤਾ, ਐਕਟੀਵੇਟਿੰਗ ਗਰੁੱਪ। ਫਿਰ ਉਰੇ ਆਪਣੇ ਪਾਸ ਨੈਕਸਟ ਕੇਸ 'ਚ, ਲਾਸਟ ਕੇਸ, ਹਾਈਡਰੋਜਨ ਨੂੰ ਐਲਡੀਹਾਈਡ ਗਰੁੱਪ ਨਾਲ ਰਿਪਲੇਸ ਕੀਤਾ, ਬੈਂਜ਼ੈਲਡੀਹਾਈਡ ਕੰਪਾਊਂਡ, ਜਿਸ ਨੇ ਰਿੰਗ ਨੂੰ ਕੀ ਕਰਤਾ, ਡੀਐਕਟੀਵੇਟ। ਤਾਂ ਦੋ ਤਰ੍ਹਾਂ ਦੇ ਗਰੁੱਪਸ ਹੁੰਦੇ ਆ, ਐਕਟੀਵੇਟਿੰਗ ਐਂਡ ਡੀਐਕਟੀਵੇਟਿੰਗ। ਜਿਹੜੇ ਐਕਟੀਵੇਟਿੰਗ ਗਰੁੱਪਸ ਹੁੰਦੇ ਨੇ ਬੱਚੋ, that shows plus आर इफेक्ट। प्लस ਦਾ ਮਤਲਬ ਕੋਈ ਚੀਜ਼ ਪਲਸ ਹੋ ਰਹੀ ਹੈ, ਇੰਕਰੀਜ਼ ਹੋ ਰਹੀ ਹੈ, ਤੇ ਉਰੇ ਕਿਹੜੀ ਚੀਜ਼ ਇੰਕਰੀਜ਼ ਹੋ ਰਹੀ ਹੈ, ਇਲੈਕਟ੍ਰੋਨ ਡੈਂਸਿਟੀ। ਤੇ ਮਾਈਨਸ ਆਰ ਜਿੱਥੇ ਇਲੈਕਟ੍ਰੋਨ ਡੈਂਸਿਟੀ ਕੀ ਹੋ ਰਹੀ ਹੈ, ਡਿਕਰੀਜ਼। ਹੁਣ ਇਸ ਦੇ ਨਾਲ ਅੱਗੇ ਰਿਐਕਸ਼ਨ ਤੇ ਕੀ ਇਫੈਕਟ ਪੈਂਦਾ ਹੈ ਉਹ ਆਪਾਂ ਨੈਕਸਟ ਲੈਕਚਰ, ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ ਬੱਚੋ। ਥੈਂਕ ਯੂ।